ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਆਪ ਲਿਓ ਤੁਮ ਕਥਾ ਸੁਧਾਰੀ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸੰਗਤ ਜੀ, ਵੱਡੇ ਭਾਗਾਂ ਦੇ ਨਾਲ ਸਾਨੂੰ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਬਹੁਤ ਹੀ ਕੀਮਤੀ ਸਮਾਂ ਪ੍ਰਾਪਤ ਹੋਇਆ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ, ਅਦਬ ਤੇ ਸਤਿਕਾਰ ਦੇ ਨਾਲ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਇਹ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਰਾਗ ਸੋਰਠ ਦੇ ਵਿੱਚ 633 ਅੰਗ ਤੋਂ ਆਰੰਭ ਹੋ ਕੇ 634 ਅੰਗ ਤੇ ਸੰਪੂਰਨ ਹੋ ਜਾਂਦਾ ਹੈ। 633 ਅੰਗ ਤੋਂ ਆਰੰਭ ਹੋ ਕੇ 634 ਅੰਗ ਤੇ ਸੰਪੂਰਨ ਹੋ ਜਾਂਦਾ ਹੈ। ਇਸ ਸ਼ਬਦ ਦੇ ਅੰਦਰ ਜੋ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਆ, ਇਹਨਾਂ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਅਟਕੇ ਹੋਏ ਹਾਂ। ਚਾਲੇ ਥੇ ਹਰ ਮਿਲਣ ਕੋ, ਬੀਚੈ ਅਟਕੇ ਉਚੀਤ। ਇਹ ਗੱਲਾਂ ਦੇ ਅੰਦਰ ਅਸੀਂ ਬਹੁਤ ਜ਼ਿਆਦਾ, ਇੰਨੇ ਜ਼ਿਆਦਾ ਖੁੱਭ ਚੁੱਕੇ ਹਾਂ ਜੋ ਗੁਰੂ ਸਾਹਿਬ ਜੀ ਨੇ ਅੱਜ ਦੱਸੀਆਂ। ਜਿਵੇਂ ਕਿ ਇੱਕ ਕੰਧ ਹੁੰਦੀ ਆ ਤੇ ਕੰਧ ਦੇ ਉੱਪਰ ਤਸਵੀਰ ਬਗਲੀ ਜਾਂਦੀ ਆ ਰੰਗਾਂ ਦੇ ਨਾਲ, ਤੇ ਉਹ ਫਿਰ ਕੰਧ ਨਾਲੋਂ ਵੱਖ ਨਹੀਂ ਹੁੰਦੀ। ਇਹਨਾਂ ਚੀਜ਼ਾਂ ਵਿੱਚ ਇੰਨਾ ਇਨਸਾਨ ਖਚਿਤ ਹੋ ਗਿਆ, ਸੋ ਉਹ ਕੀ ਨੇ, ਆਓ ਆਪਾਂ ਉਹਨਾਂ ਬਾਰੇ ਵਿਚਾਰਦੇ ਹਾਂ। ਸੋਰਠ ਮਹੱਲਾ ਨੌਵਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਹੈ। ਸੋਰਠ ਰਾਗ ਦੇ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਇਨਸਾਨ ਦੇ ਅੰਦਰ ਇੱਕ ਬਹੁਤ ਵੱਡੀ ਚਾਹਤ ਆ ਸੰਗਤ ਜੀ, ਕਿ ਦੂਜੇ ਲੋਕ ਉਹਦੇ ਬਾਰੇ ਕੁਝ ਗੱਲਾਂ ਕਰਨ। ਕੇਵਲ ਇਹੀ ਚਾਹਤ ਨਹੀਂ ਹੈਗੀ ਕਿ ਲੋਕ ਉਹਦੇ ਬਾਰੇ ਗੱਲਾਂ ਕਰਨ, ਸਗੋਂ ਇਹ ਆ ਕਿ ਲੋਕ ਉਹਨੂੰ ਚੰਗਾ ਚੰਗਾ ਕਹਿਣ, ਲੋਕ ਉਹਨੂੰ ਵਧੀਆ ਵਧੀਆ ਆਖਣ,
ਭਲਾ ਭਲਾ ਕਹਿਣ, ਉਹਦੀ ਸੋਭਾ ਕਰਨ, ਉਹਦੀ ਵਡਿਆਈ ਕਰਨ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਆ ਕਿ ਇਹ ਭੁੱਖ ਬੰਦੇ ਦੇ ਅੰਦਰ ਪਈ ਹੋਈ ਆ, ਪ੍ਰਬਲ ਬਹੁਤ ਆ, ਇਹ ਬਹੁਤ ਜ਼ਿਆਦਾ। ਇਹ ਇਨਸਾਨ ਨੂੰ ਇਹਦੀ ਭੁੱਖ ਲੱਗਦੀ ਆ ਵਡਿਆਈ ਦੀ। ਫਿਰ ਜਦੋਂ ਇਨਸਾਨ ਦੀ ਕੋਈ ਉਸਤਤ ਕਰਦਾ ਹੈ, ਉਸ ਵਕਤ ਇਨਸਾਨ ਬਹੁਤ ਖੁਸ਼ ਹੁੰਦਾ। ਪਰ ਥੋੜ੍ਹੇ ਚਿਰ ਬਾਅਦ ਉਹੀ ਬੰਦਾ ਜਿਹਨੇ ਕੁਝ ਸਮਾਂ ਪਹਿਲਾਂ ਉਹਦੀ ਉਸਤਤ ਕੀਤੀ ਹੁੰਦੀ ਆ, ਉਹੀ ਉਹਦੀ ਗੱਲ ਨੂੰ ਘਟਾ ਕੇ ਕਹਿੰਦਾ ਹੈ, ਉਹੀ ਉਹਦੀਆਂ ਕਮੀਆਂ ਨੂੰ ਅੱਗੇ ਰੱਖਦਾ, ਜਿਹਨੇ ਕੁਝ ਦਿਨ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਸੋਭਾ ਕੀਤੀ ਹੁੰਦੀ ਆ। ਫਿਰ ਬੰਦੇ ਨੂੰ ਦੁੱਖ ਹੁੰਦਾ, ਫਿਰ ਉਹਨੂੰ ਗਮੀ ਹੁੰਦੀ ਆ। ਇਸ ਤਰ੍ਹਾਂ ਦਾ ਇਨਸਾਨ ਆ, ਭਾਵ ਕਿ ਉਹ ਚਾਹੁੰਦਾ ਹੈ ਕਿ ਉਹਦੇ ਬਾਰੇ ਗੱਲਾਂ ਹੋਣ, ਪਰ ਦੂਜੇ ਲੋਕ ਚੰਗਾ ਚੰਗਾ ਹੀ ਆਖਣ। ਕਸ਼ਮੀਰ ਦੇ ਵਿੱਚ ਇੱਕ ਸੰਤ ਔਰਤ ਹੋਈ ਹੈ ਜਿਹਦਾ ਨਾਮ ਸੀ ਲੱਲਾ, ਤੇ ਉਹਦੀ ਇੱਕ ਬਾਣੀ ਆ, ਉਹਨੇ ਕੁਝ ਸ਼ਬਦ ਲਿਖੇ। ਜਦੋਂ ਸੰਤ ਹੋਈ, ਉਹਨੂੰ ਵਾਕ ਕਿਹਾ ਗਿਆ, ਲੱਲਾ ਦੇ ਵਾਕ। ਕਈ ਨਾਵਾਂ ਦੇ ਨਾਮ ਵੱਲੋਂ ਜਾਣੀ ਜਾਂਦੀ ਹੈ। ਤਾਂ ਉਹਨੇ ਆਪਣੀ ਜੀਵਨ ਦੀ ਗਾਥਾ ਦੇ ਵਿੱਚ ਲਿਖਿਆ ਕਿ ਅਸਲ ਵਿੱਚ ਲੋਕਾਂ ਦੁਆਰਾ ਜਿਹੜਾ ਲਾਈਕ ਮਿਲਣਾ ਡਿਸਲਾਈਕ ਹੁੰਦਾ ਹੈ। ਕਿਸੇ ਦੁਆਰਾ ਵੀ ਤੁਹਾਨੂੰ ਜੋ ਚੀਜ਼ ਦਿੱਤੀ ਜਾਂਦੀ ਆ, ਸੋਭਾ ਦਿੱਤੀ ਜਾਂਦੀ ਆ, ਵਡਿਆਈ ਦਿੱਤੀ ਜਾਂਦੀ ਆ, ਉਹ ਨਿੰਦਿਆ ਦੇ ਬਰਾਬਰ ਹੀ ਹੁੰਦੀ ਆ। ਜਦੋਂ ਆਪਾਂ ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹਦੇ ਹਾਂ, ਉਹ ਵੀ ਇਹੀ ਕਹਿੰਦੇ ਨੇ, ਜੋ ਕਸ਼ਮੀਰ ਦੇ ਵਿੱਚ ਰਹਿਣ ਵਾਲੀ ਇੱਕ ਸੰਤ ਔਰਤ ਨੇ ਆਖਿਆ, ਉਹੀ ਗੁਰੂ ਸਾਹਿਬ ਜੀ ਨੇ ਆਖਿਆ ਕਿ ਔਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਿਨ ਹੈ, ਕਿਨਹੂ ਗੁਰਮੁਖ ਜਾਨਾ। ਨਿੰਦਿਆ ਤੇ ਸੋਭਾ ਇੱਕੋ ਬਰਾਬਰ ਆ, ਇਹਨਾਂ ਦਾ ਵਜਨ ਇੱਕੋ ਹੀ ਆ। ਗੁਰਮੁਖ ਨਾ ਤਾਂ ਔਸਤਤ ਵਿੱਚ ਪੈਂਦੇ ਆ ਤੇ ਨਾ ਹੀ ਨਿੰਦਿਆ ਦੇ ਵਿੱਚ ਪੈਂਦੇ ਆ। ਆਪਣੀ ਰਸਨਾ ਦੇ ਨਾਲ ਉਹ ਕਿਸੇ ਦੀ ਗੱਲ ਵਧਾ ਕੇ ਨਹੀਂ ਕਰਦੇ, ਆਪਣੀ ਰਸਨਾ ਦੇ ਨਾਲ ਉਹ ਕਿਸੇ ਦੀ ਗੱਲ ਘਟਾ ਕੇ ਨਹੀਂ ਕਰਦੇ। ਉਹਨਾਂ ਦੀ ਕੋਈ ਔਸਤਤ ਕਰੇ, ਉਹ ਫੁੱਲੇ ਨਹੀਂ ਸਮਾਉਂਦੇ। ਉਹਨਾਂ ਦੀ ਨਿੰਦਿਆ ਕਰੇ ਤੇ ਉਹਨਾਂ ਦਾ ਕੁਝ ਘਟ ਨਹੀਂ ਜਾਂਦਾ, ਸੋਭਾ ਕਰ ਦੇਵੇ ਉਹਨਾਂ ਦਾ ਕੋਈ ਵੱਧ ਨਹੀਂ ਜਾਂਦਾ। ਬਸ ਉਹ ਜੋ ਹੈਗੇ ਆ ਉਹ ਹੈਗੇ ਨੇ। ਆਪਾਂ ਹਾਂ, ਆਪਾਂ ਨੂੰ ਔਸਤਤ ਦਾ ਬਹੁਤ ਫਰਕ ਪੈਂਦਾ। ਕੋਈ ਚੰਗਾ ਆਖ ਦੇਵੇ, ਕੋਈ ਕਹਿ ਦੇਵੇ ਤੁਹਾਡੇ ਵਰਗਾ ਕੋਈ ਇਨਸਾਨ ਨਹੀਂ, ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਇਸ ਤਰ੍ਹਾਂ ਹੋ ਜਾਂਦੇ ਹਾਂ। ਅਸੀਂ ਇੱਕ ਤਰ੍ਹਾਂ ਹਿਮਾਲਾ ਪਰਬਤ ਦੀ ਚੋਟੀ 'ਤੇ ਬਹਿ ਜਾਂਦੇ ਹਾਂ। ਕੁਝ ਦਿਨਾਂ ਬਾਅਦ ਉਹੀ ਬੰਦਾ ਆ ਕੇ ਸਾਨੂੰ ਆਖਦਾ ਕਿ ਤੂੰ ਬਹੁਤ ਬੁਰਾ ਹੈ, ਫਿਰ ਅਸੀਂ ਉੱਪਰੋਂ ਡਿੱਗ ਪੈਂਦੇ ਹਾਂ। ਤਾਂ ਕਿਸੇ ਦੇ ਕਹੇ ਹੋਏ ਸ਼ਬਦਾਂ ਕਰਕੇ ਅਸੀਂ ਖੁਸ਼ ਹੋ ਰਹੇ ਹਾਂ, ਕਿਸੇ ਦੇ ਕਹੇ ਹੋਏ ਸ਼ਬਦਾਂ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਤਾਂ ਜਿਹੜੀ ਸਾਡੀ ਸੁਰਤ ਆ ਜੇ, ਉਹ ਦੂਜਿਆਂ ਦੇ ਵਿੱਚ ਅਟਕੀ ਪਈ ਆ, ਇਤਨੀ ਜ਼ਿਆਦਾ, ਬਹੁਤ ਜ਼ਿਆਦਾ। ਤਾਂ ਲੱਲਾ ਦੀ ਇੱਕ ਕਹਾਣੀ ਉਹਨੇ ਆਪਦੇ ਜੀਵਨ ਦੀ ਲਿਖੀ, ਲੋਕਾਂ ਨੂੰ ਸਮਝਾਉਣ ਲਈ। ਇੱਕ ਦਿਨ ਬਾਜ਼ਾਰ ਵਿੱਚ ਉਹ ਜਾ ਰਹੀ ਆ, ਉਹ ਸੰਤ ਔਰਤ ਆ। ਔਰਤਾਂ ਬਹੁਤ ਘੱਟ ਸੰਤ ਹੁੰਦੀਆਂ ਨੇ। ਸੰਤਾਂ ਨੂੰ ਜਨਮ ਤਾਂ ਦੇ ਦਿੱਤਾ ਔਰਤਾਂ ਨੇ, ਰਾਜਿਆਂ ਨੂੰ, ਫਕੀਰਾਂ ਨੂੰ। ਇਸ ਕਰਕੇ ਔਰਤਾਂ ਬਹੁਤ ਘੱਟ ਸੰਤ ਹੋਈਆਂ। ਪਰ ਉਹਨਾਂ ਦੇ ਵਿੱਚੋਂ ਜਿਹੜੀਆਂ ਹੋਈਆਂ, ਇਹ ਸੀ ਜਿਹਦੇ ਲੱਲਾ ਦੇਵੀ ਜਿਹਨਾਂ ਨੂੰ ਕਿਹਾ ਗਿਆ, ਜਾਂ ਲੱਲਾ ਸ਼ਬਦ ਕਸ਼ਮੀਰ ਦੇ ਲੋਕ ਇਹ ਸ਼ਬਦ ਵਰਤਦੇ ਆ। ਤਾਂ ਇੱਕ ਦਿਨ ਜਾ ਰਹੀ ਸੀ ਤੇ ਇੱਕ ਦੁਕਾਨਦਾਰ, ਇਹਦੀ ਅਵਸਥਾ ਜਿਹੜੀ ਸੀਗੀ ਉਹ ਸਾਧੂ ਸੰਤਾਂ ਜੈਸੀ, ਸਰਮੱਧ ਫਕੀਰ ਜੈਸੀ ਸੀ। ਇੱਕ ਦੁਕਾਨਦਾਰ ਨੂੰ ਆਖਿਆ ਕਿ ਮੈਨੂੰ ਕੱਪੜੇ ਦੇ ਤੂੰ ਦੋ। ਉਹਨੇ ਸੰਤ ਜਾਣ ਕੇ 2 ਕੱਪੜੇ ਦੇ ਦਿੱਤੇ ਕਿ ਸ਼ਾਇਦ ਇਹ ਪਹਿਨੇਗੀ ਕੱਪੜੇ, ਕਿਉਂਕਿ ਉਹਦਾ ਜਿਹੜਾ ਸੁਭਾਅ ਸੀ। ਉਹਨੇ ਇੱਕ ਕੱਪੜੇ ਨੂੰ ਇਕੱਠਾ ਕਰਕੇ ਸੱਜੇ ਮੋਢੇ 'ਤੇ ਰੱਖ ਲਿਆ, ਦੂਜੇ ਨੂੰ ਖੱਬੇ 'ਤੇ ਰੱਖ ਲਿਆ। ਜਦੋਂ ਰਸਤੇ ਵਿੱਚ ਜਾਂਦੀ ਹੈ, ਲੋਕ ਉਹਦੀ ਸੋਭਾ ਕਰਦੇ ਆ। ਕੁਝ ਕੁ ਲੋਕ ਜਦੋਂ ਹੀ ਉਹ ਸੋਭਾ ਕਰਦੇ ਆ, ਉਹਨੂੰ ਗੰਢ ਮਾਰ ਲੈਂਦੀ ਆ। ਜਦੋਂ ਉਹਦੀ ਨਿੰਦਿਆ ਕਰਦੇ ਆ ਲੋਕ,
ਖੱਬੇ ਪਾਸੇ ਜਿਹੜਾ ਉਹਦਾ ਕੱਪੜਾ ਰੱਖਿਆ ਮੋਢੇ ਤੇ ਉਹਦੀ ਗੰਢ ਮਾਰ ਲੈਂਦੀ ਆ। ਫਿਰ ਕੋਈ ਸੋਭਾ ਕਰਦਾ ਫਿਰ ਗੰਢ ਮਾਰ ਲੈਂਦੀ ਆ ਸੱਜੇ ਕੱਪੜੇ ਦੀ, ਜਦੋਂ ਕੋਈ ਨਿੰਦਿਆ ਕਰਦਾ ਫਿਰ ਖੱਬੇ ਦੀ। ਇੱਦਾਂ ਸ਼ਾਮ ਤੱਕ ਹੁੰਦਾ ਰਿਹਾ। ਸ਼ਾਮ ਤੱਕ ਹੁੰਦਾ ਤੇ ਉਹ ਬਾਅਦ ਵਿੱਚ ਦੁਕਾਨ ਤੇ ਵਾਪਸ ਕੱਪੜੇ ਮੋੜਨ ਆ ਜਾਂਦੀ ਆ। ਤੇ ਉਹ ਦੁਕਾਨਦਾਰ ਪੁੱਛਦਾ ਵੀ ਮੈਂ ਸੋਚਿਆ ਸੀ ਸ਼ਾਇਦ ਤੁਸੀਂ ਕੱਪੜੇ ਪਹਿਨੋਗੇ ਇਹ। ਉਹ ਕਹਿੰਦੀ ਨਹੀਂ, ਮੈਂ ਪਹਿਨਣ ਲਈ ਨਹੀਂ ਲੈ ਕੇ ਗਈ ਸਾਂ। ਤੂੰ ਇਹਨਾਂ ਦੋਨਾਂ ਦਾ ਤੋਲ ਕਰ, ਇਹਨਾਂ ਨੂੰ ਤੋਲ, ਇਹਨਾਂ ਕੀ ਵਜਨ ਆ। ਇੱਕ ਦੇ ਪਾਸੇ ਮੈਂ ਉਹਨਾਂ ਲੋਕਾਂ ਦੀਆਂ ਗੰਢਾਂ ਮਾਰੀਆਂ ਜਿਹੜੇ ਮੇਰੀ ਉਸਤਤ ਕਰਦੇ ਸੀ, ਇੱਕ ਪਾਸੇ ਕੱਪੜਾ ਜਿਹੜਾ ਮੋਢੇ ਤੇ ਰੱਖਿਆ, ਜਦੋਂ ਲੋਕਾਂ ਨੇ ਮੇਰੀ ਨਿੰਦਿਆ ਕੀਤੀ ਉਦੋਂ ਮੈਂ ਗੰਢਾਂ ਮਾਰੀਆਂ ਨੇ। ਹੁਣ ਤੂੰ ਇਹਨਾਂ ਦਾ ਵਜਨ ਕਰਕੇ ਜਿਹੜੀ ਸੋਭਾ ਕੀਤੀ ਸੀ ਲੋਕਾਂ ਨੇ, ਉਹ ਕੱਪੜੇ ਦਾ ਵਜਨ ਵੱਧਦਾ ਕਿ ਨਿੰਦਿਆ ਵਾਲੇ ਕੱਪੜੇ ਦਾ, ਜਿਹੜੀਆਂ ਗੰਢਾਂ ਮਾਰੀਆਂ ਉਹਦਾ ਵਜਨ ਵੱਧਦਾ। ਜਦੋਂ ਤੋਲਦੀ ਆ ਜਾਂ ਉਹ ਦੁਕਾਨਦਾਰ ਤੋਲਦਾ, ਉਹਨਾਂ ਕੱਪੜਿਆਂ ਦਾ ਭਾਰ ਬਰੋਬਰ ਆ, ਕੋਈ ਫਰਕ ਨਹੀਂ। ਤੇ ਉਹ ਲੱਲਾ ਨਾਮ ਦੀ ਜਿਹੜੀ ਸੰਤ ਔਰਤ ਆ ਉਹ ਕਹਿੰਦੀ ਆ ਕਿ ਦੇਖੋ ਔਸਤਤ ਤੇ ਨਿੰਦਿਆ 'ਚ ਕੋਈ ਫਰਕ ਨਹੀਂ ਹੁੰਦਾ। ਲੋਕ ਤੁਹਾਡੀ ਸੋਭਾ ਕਰਦੇ ਆ, ਤੁਹਾਨੂੰ ਲੱਗਦਾ ਵੀ ਤੁਹਾਡੀ ਸੋਭਾ ਕਰ ਰਹੇ ਆ। ਸੋਭਾ ਨਿੰਦਿਆ ਦੇ ਬਰਾਬਰ ਹੀ ਹੁੰਦੀ ਹੈ, ਨਿੰਦਿਆ ਸੋਭਾ ਦੇ ਬਰਾਬਰ ਹੀ ਹੁੰਦੀ ਹੈ। ਤਾਂ ਉਹ ਜਦੋਂ ਕੱਪੜਿਆਂ ਦਾ ਭਾਰ ਮਿਣਿਆ ਗਿਆ, ਤੋਲਿਆ ਗਿਆ, ਬਰਾਬਰ ਆ ਵਜਨ। ਜਿਹੜੇ ਕੱਪੜੇ ਦੇ ਵਿੱਚ ਉਹਨੇ ਗੰਢਾਂ ਮਾਰੀਆਂ ਨਿੰਦਿਆ ਕਰਕੇ, ਜਿਹੜੇ ਵਿੱਚ ਸੋਭਾ ਕਰਕੇ, ਕੋਈ ਫਰਕ ਨਹੀਂ। ਲੋਕ ਤੁਹਾਡੇ ਮੁੱਖ ਤੇ ਤੁਹਾਨੂੰ ਚੰਗਾ ਕਹਿੰਦੇ ਆ, ਤੁਹਾਡੇ ਬਾਅਦ ਵਿੱਚ ਉਹ ਕੀ ਕਹਿੰਦੇ ਆ ਇਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈਗਾ ਸ਼ਾਇਦ। ਜਿਹੜੇ ਲੋਕ ਤੁਹਾਡੇ ਕੋਲ ਬਹਿ ਕੇ ਦੂਜਿਆਂ ਬਾਰੇ ਗੱਲਾਂ ਕਰ ਰਹੇ ਹੁੰਦੇ ਆ, ਉਹ ਤੁਹਾਡੇ ਬਾਰੇ ਜ਼ਰੂਰ ਗੱਲਾਂ ਕਰਨਗੇ ਜਦੋਂ ਤੁਸੀਂ ਉੱਥੇ ਹਾਜ਼ਰ ਨਹੀਂ ਹੋਵੋਗੇ। ਇਸ ਕਰਕੇ ਗੱਲ ਨੂੰ ਸਮਝੋ। ਉਹ ਲੋਕ ਜਿਨ੍ਹਾਂ 'ਚ ਜਾ ਕੇ ਤੁਸੀਂ ਬਹਿੰਦੇ ਹੋ, ਜੇ ਉਹ ਤੀਜੇ ਦੀ ਗੱਲ ਕਰ ਰਹੇ ਆ, ਘਟਾ ਕੇ ਉਹਨੂੰ ਮਾੜਾ ਆਖ ਰਹੇ ਆ, ਜਦੋਂ ਤੁਸੀਂ ਉੱਥੋਂ ਉੱਠ ਕੇ ਆ ਜਾਓਗੇ ਉਹ ਲੋਕ ਤੁਹਾਡੇ ਬਾਰੇ ਗੱਲਾਂ ਕਰਨਗੇ ਹੀ ਕਰਨਗੇ। ਔਸਤਤ ਨਿੰਦਾ ਦੋ ਤੇ ਅੱਗੇ ਖੋਜੈ ਪਦ ਨਿਰਬਾਨਾ। ਜਿਹੜੀਆਂ ਗੁਰੂ ਸਾਹਿਬ ਦੀਆਂ ਦੱਸੀਆਂ ਹੋਈਆਂ ਗੱਲਾਂ ਨੇ, ਇਹਨਾਂ ਨੂੰ ਸਮਝਣ ਲਈ ਪਹਿਲਾਂ ਟਾਈਮ ਕੱਢਣਾ ਪੈਂਦਾ। ਇੰਨੀਆਂ ਮਹਿੰਗੀਆਂ ਗੱਲਾਂ ਨੇ। ਫਿਰ ਜਦੋਂ ਆਪਾਂ ਸੁਣਦੇ ਹਾਂ, ਸਮਝਦੇ ਹਾਂ, ਫਿਰ ਪਤਾ ਲੱਗਦਾ ਵੀ ਸਾਡੀ ਜ਼ਿੰਦਗੀ ਕੀ ਆ ਤੇ ਗੁਰੂ ਸਾਹਿਬ ਕੀ ਕਹਿ ਰਹੇ ਆ। ਫਿਰ ਬੰਦੇ ਨੂੰ ਬਦਲਣ ਦੀ ਲੋੜ ਨਹੀਂ ਪੈਂਦੀ, ਬੰਦਾ ਆਪੇ ਬਦਲਦਾ। ਇੰਨੀ ਕਿਰਪਾ ਮਹਾਰਾਜ ਦੀ ਬਾਣੀ ਨੂੰ ਧਿਆਨ ਨਾਲ ਸੁਣਨ ਦੀ, ਬਸ ਸੁਣਨਾ ਹੀ ਹੈ, ਹੋਰ ਕੁਝ ਨਹੀਂ ਕਰਨਾ। ਤਾਂ ਜਦੋਂ ਉਹਨੇ ਫਿਰ ਸੰਤ ਔਰਤ ਨੇ ਆਖ ਦਿੱਤਾ ਕਿ ਔਸਤਤ ਨਿੰਦਾ ਇੱਕੋ ਹੀ ਚੀਜ਼ ਆ, ਲਾਈਕ ਡਿਸਲਾਈਕ ਇੱਕੋ ਹੀ ਚੀਜ਼ ਆ, ਕੋਈ ਫਰਕ ਨਹੀਂ। ਤਾਂ ਹੁਣ ਜਦੋਂ ਤੁਹਾਡੀ ਕੋਈ ਨਿੰਦਾ ਕਰੇ, ਸੋਭਾ ਕਰੇ, ਤਾਂ ਉਹ ਕਹਿ ਰਹੀ ਆ ਸਮਝ ਲਓ ਵੀ ਇਹ ਨਿੰਦਿਆ ਹੀ ਆ। ਗੁਰੂ ਤੇਗ ਬਹਾਦਰ ਜੀ ਨੇ ਗੱਲ ਕਹੀ ਆ ਵਾਰ-ਵਾਰ ਕਿ ਔਸਤਤ ਕਰਕੇ ਜੇ ਤੁਹਾਡੀ ਕੋਈ ਸੋਭਾ ਕਰਦਾ ਤੁਸੀਂ ਫੁੱਲ ਰਹੇ ਹੋ, ਤੇ ਕੁਝ ਦਿਨਾਂ ਬਾਅਦ ਕੋਈ ਨਿੰਦਿਆ ਕਰਦਾ ਤੁਸੀਂ ਦੁਖੀ ਹੋ ਰਹੇ ਹੋ, ਤਾਂ ਤੁਸੀਂ ਸਿੱਖ ਨਹੀਂ ਹੋ ਸਕਦੇ। ਹੋਰ ਕੋਈ ਵੀ ਤੁਹਾਨੂੰ ਨਾਂ ਦਿੱਤਾ ਜਾ ਸਕਦਾ, ਪਰ ਤੁਸੀਂ ਸਿੱਖ ਨਹੀਂ ਹੈਗੇ। ਤਾਂ ਅੱਜ ਲੋਕ ਤੁਹਾਨੂੰ ਚੰਗਾ ਕਹਿ ਰਹੇ ਆ, ਉਹਨਾਂ ਦੇ ਕਹਿਣ ਨਾਲ ਤੁਸੀਂ ਚੰਗੇ ਨਹੀਂ, ਤੁਸੀਂ ਚੰਗੇ ਹੋ। ਕੱਲ ਨੂੰ ਉਹ ਮਾੜਾ ਕਹਿਣਗੇ, ਉਹਨਾਂ ਦੇ ਕਹਿਣ ਨਾਲ ਤੁਸੀਂ ਮਾੜੇ ਨਹੀਂ, ਤੁਸੀਂ ਜੋ ਹੋ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਅੱਜ ਸਾਰੀ ਡੈਫੀਨੇਸ਼ਨ ਐਸੇ ਗੁਰਸਿੱਖ ਦੀ ਮਹਾਰਾਜ ਨੇ ਦਿੱਤੀ ਆ, ਜਿਹੜਾ ਕਿ ਦੁੱਖ ਨੂੰ ਦੁੱਖ ਨਹੀਂ ਸਮਝਦਾ। ਕਾਰਨ ਕੀ ਆ? ਉਹ ਸੁੱਖ ਨੂੰ ਵੀ ਸੁੱਖ ਨਹੀਂ ਸਮਝਦਾ। ਆਮ ਕਰਕੇ ਹੁੰਦਾ ਹੈ ਇਨਸਾਨ ਦਾ ਜਿਹੜਾ ਸਨੇਹ ਆ, ਗੁਰੂ ਤੇਗ ਬਹਾਦਰ ਜੀ ਕਹਿੰਦੇ ਇਨਸਾਨ ਦਾ ਜਿਹੜਾ ਸਨੇਹ ਆ, ਪਿਆਰ ਆ, ਸੁੱਖਾਂ ਨਾਲ ਹੁੰਦਾ ਹੈ। ਸੁੱਖ ਦੇ ਨਾਲ ਬੰਦੇ ਦਾ ਬਹੁਤ ਪਿਆਰ ਆ, ਪਰ ਉਹ ਜਿਹੜਾ ਗੁਰਸਿੱਖ ਆ ਹੁਣ ਜਿਹਦੀ ਆਪਾਂ ਗੱਲ ਕਰਦੇ ਆ, ਉਹਦਾ ਸੁੱਖ ਨਾਲ ਕੋਈ ਪਿਆਰ ਨਹੀਂ ਹੁੰਦਾ। ਤੇ ਦੁੱਖ ਜਿਹੜਾ ਹੁੰਦਾ ਹੈ ਉਹ ਆ ਕੇ ਹੀ ਰਹਿੰਦਾ ਹੈ। ਦੁੱਖ ਆਉਣਾ ਹੀ ਆਉਣਾ, ਉਹ ਹੀ ਸਮਝਦਾ ਤੇ ਉਹ ਦੋਨੋਂ ਛੱਡ ਦਿੰਦਾ। ਸੁੱਖ ਨਾਲ ਪਿਆਰ ਨਹੀਂ, ਦੁੱਖ ਨਾਲ ਨਫ਼ਰਤ ਨਹੀਂ, ਉਹਦੇ ਅੰਦਰ ਕੋਈ ਡਰ ਨਹੀਂ। ਕੰਚਨ ਮਾਟੀ ਮਨ ਹੈ, ਤੇ ਉਹ ਜਿਹੜਾ ਸੋਨਾ ਉਹਦੇ ਲਈ ਮਿੱਟੀ ਵਰਗਾ ਹੀ ਆ। ਹੁਣ ਸੋਨਾ ਜਿਹੜਾ ਹੈ ਉਹ ਮਿੱਟੀ ਸਮਾਨ ਹੀ ਆ ਉਹਦੇ ਲਈ, ਉਹਨੂੰ ਕੋਈ ਹੰਕਾਰ ਨਹੀਂ ਉਹਦਾ।
ਇੱਕ ਦੋ ਪਤੀ ਪਤਨੀ ਹੋਏ ਆ, ਉਹ ਵੀ ਦੋਨੋਂ ਹੀ ਭਗਤ ਸੀਗੇ ਰੱਬ ਦੇ। ਤੁਰੇ ਜਾ ਰਹੇ ਸੀ ਇੱਕ ਦਿਨ ਰਸਤੇ ਵਿੱਚ, ਉਹਨਾਂ ਦੀ ਮੈਂ ਕਹਾਣੀ ਪੜ੍ਹ ਰਿਹਾ ਸੀ, ਸੰਤ ਹੋਏ ਆ ਵੀ ਦੋਨੋਂ ਹੀ। ਜਦੋਂ ਤੁਰੇ ਜਾ ਰਹੇ ਆ ਤੇ ਉਹ ਜਿਹੜਾ ਉਹਦਾ ਪਤੀ ਆ, ਉਹਨੇ ਦੇਖਿਆ ਰਸਤੇ ਦੇ ਵਿੱਚ ਇੱਕ ਸੋਨਾ ਪਿਆ, ਕੁਝ ਗਹਿਣੇ ਪਏ ਸੋਨੇ ਦੇ, ਤੇ ਉਹ ਉਹਦੇ ਉੱਪਰ ਮਿੱਟੀ ਪਾਉਣ ਲੱਗ ਗਿਆ ਕਿ ਉਹਦੀ ਪਤਨੀ ਕਿਤੇ ਵੇਖ ਕੇ ਉਹਦੇ ਤੇ ਮੋਹਿਤ ਨਾ ਹੋ ਜਾਵੇ। ਉਹ ਚੱਲੇ ਸੀ ਬੰਦਗੀ ਕਰਨ, ਨਮਾਜ਼ ਪੜ੍ਹਨ ਵਾਸਤੇ। ਉਹਨੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਉਹਦੇ ਤੇ ਵੀ ਇਹ ਸੋਨੇ ਦੇ ਗਹਿਣੇ ਰਸਤੇ 'ਚ ਡਿੱਗੇ ਪਏ ਆ, ਕਿਤੇ ਉਹਦਾ ਧਿਆਨ ਇੱਧਰ ਨਾ ਆ ਜਾਏ, ਉਹ ਬੰਦਗੀ ਕਰਨੋਂ ਨਾ ਹਟ ਜਾਵੇ। ਤੇ ਜਦੋਂ ਮਿੱਟੀ ਪਾ ਰਿਹਾ ਤੇ ਪਿੱਛੋਂ ਹੀ ਉਹਦੀ ਘਰਵਾਲੀ ਆ ਕੇ ਉਹਨੂੰ ਕਹਿੰਦੀ ਆ ਕਿ ਦੇਖੋ ਜੀ, ਤੁਸੀਂ ਇਹ ਕੀ ਕਰ ਰਹੇ ਹੋ, ਕਮਲੀਆਂ ਗੱਲਾਂ, ਮਿੱਟੀ ਤੇ ਮਿੱਟੀ ਪਾ ਰਹੇ, ਮਿੱਟੀ ਤੇ ਮਿੱਟੀ ਪਾ ਰਹੇ। ਜਦ ਕਿ ਉਹ ਕਹਿੰਦਾ ਕਿ ਮੈਨੂੰ ਲੱਗਾ ਇਹ ਸੋਨਾ ਹੈ, ਵੀ ਤੂੰ ਮੇਰੇ ਤੋਂ ਅੱਗੇ ਲੰਘ ਚੁੱਕੀ ਆ ਅਵਸਥਾ ਵਿੱਚ, ਮੈਨੂੰ ਹਜੇ ਸੋਨਾ ਸੋਨਾ ਲੱਗਦਾ, ਤੈਨੂੰ ਸੋਨਾ ਮਿੱਟੀ ਦਿਖਣ ਲੱਗ ਗਿਆ। ਇੱਥੇ ਬਿਲਕੁਲ ਉਹੀ ਗੱਲ ਕਹੀ ਗੁਰੂ ਤੇਗ ਬਹਾਦਰ ਜੀ ਨੇ। ਕਿਉਂ ਆਪਾਂ ਐਗਜ਼ਾਮਪਲਾਂ ਦਿੰਦੇ ਹਾਂ, ਕਿਉਂ ਇੱਦਾਂ ਸਾਖੀਆਂ ਨਾਲ ਰੱਖਦੇ ਹਾਂ ਕਥਾ ਦੇ, ਇਹ ਤੁਹਾਨੂੰ ਸਮਝ ਆਵੇ ਸੌਖੀ। ਕੰਚਨ ਮਾਟੀ ਮਨ ਹੈ, ਲਾਈਕ ਡਿਸਲਾਈਕ ਹੀ ਹੁੰਦਾ ਹੈ। ਲਾਈਕ ਡਿਸਲਾਈਕ ਆ, ਔਸਤਤ ਨਿੰਦਿਆ ਇੱਕੋ ਹੀ ਚੀਜ਼ ਆ, ਇਹਨਾਂ ਦਾ ਵਜਨ ਇੱਕੋ ਆ, ਇਹਨਾਂ 'ਚ ਕੋਈ ਫਰਕ ਨਹੀਂ। ਤਾਂ ਇਹ ਚੀਜ਼ ਨੂੰ ਸਮਝੋ, ਜਿਵੇਂ ਉਹ ਕੱਪੜੇ ਗੰਢਾਂ ਮਾਰੀਆਂ ਗਈਆਂ ਲੱਲਾ ਦੁਆਰਾ, ਤੋਲੀ ਗਈ, ਤੇ ਉਹ ਸਾਰੀ ਚੀਜ਼ ਜਿਹੜਾ ਸੀਗੀਆਂ ਗੰਢਾਂ ਨੂੰ ਤੋਲਿਆ ਗਿਆ, ਕੱਪੜੇ ਨੂੰ ਤੋਲਿਆ, ਵਜਨ ਦੋਨਾਂ ਦਾ ਇੱਕੋ ਹੀ ਆ। ਔਸਤਤ ਨਿੰਦਿਆ ਇੱਕੋ ਹੀ ਚੀਜ਼ ਆ, ਲਾਈਕ ਡਿਸਲਾਈਕ ਕੋਈ ਫਰਕ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਉਹ ਬੰਦਾ ਨਹਿ ਨਿੰਦਿਆ ਨੇ ਔਸਤਤ ਜਾ ਕੇ, ਜਿਹੜਾ ਕਿ ਇਹ ਚੀਜ਼ ਤੋਂ ਪਾਸੇ ਹੋ ਜੇ ਕਿ ਮੈਂ ਉਦੋਂ ਹੀ ਖੁਸ਼ ਹੋਊਂਗਾ ਜਦੋਂ ਮੈਨੂੰ ਦੂਜੇ ਚੰਗਾ ਕਹਿਣਗੇ। ਇਹੋ ਜਿਹੇ ਬੰਦੇ ਜਿਹੜੇ ਹੁੰਦੇ ਆ ਕਦੇ ਖੁਸ਼ ਨਹੀਂ ਰਹਿ ਸਕਦੇ, ਜਿਨ੍ਹਾਂ ਦੀ ਖੁਸ਼ੀ ਦੂਜਿਆਂ 'ਤੇ ਟਿਕੀ ਹੋਈ ਆ ਕਿ ਦੂਜੇ ਮੈਨੂੰ ਪਹਿਲਾਂ ਕਹਿਣ ਵੀ ਤੂੰ ਚੰਗਾ ਵਾ, ਫਿਰ ਮੈਂ ਖੁਸ਼ ਹੋਊਂਗਾ। ਅੱਜ ਉਹ ਚੰਗਾ ਕਹਿ ਦੇਣਗੇ, ਕੱਲ੍ਹ ਨੂੰ ਕੀ ਕਹਿਣਗੇ, ਕੱਲ੍ਹ ਨੂੰ ਮਾੜਾ ਕਹਿਣਗੇ। ਬੰਦੇ ਦਾ ਮਨ ਛੋਟਾ ਵੱਡਾ ਹੁੰਦਾ ਰਹਿੰਦਾ। ਤੁਸੀਂ ਇਹ ਗੱਲ ਨੂੰ ਸਮਝੋ। ਬੰਦਾ ਕਈ ਵਾਰੀ ਵੱਡੀਆਂ ਗੱਲਾਂ ਕਰਦਾ, ਕਈ ਵਾਰੀ ਛੋਟੀਆਂ ਗੱਲਾਂ ਕਰਦਾ ਹੈ। ਕਿਉਂ ਕਰਦਾ ਇਨਸਾਨ? ਉਹਦਾ ਮਨ ਵੱਡਾ ਛੋਟਾ ਹੁੰਦਾ। ਬਾਣੀ ਨੂੰ ਜਦੋਂ ਐਨਾਲਾਈਜ਼ ਕਰਦੇ ਹਾਂ, ਉਹਦੇ ਵਿੱਚ ਇਹ ਪੰਕਤੀ ਆਉਂਦੀ ਆ ਕਿ ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਕਦੇ ਤੋਲਾ ਹੋ ਜਾਂਦਾ ਮਨ, ਤੇ ਕਦੇ ਤੋਲੇ ਦਾ 12ਵਾਂ ਹਿੱਸਾ ਮਾਸਾ। ਕਦੇ ਬਹੁਤ ਛੋਟਾ ਹੋ ਜਾਂਦਾ ਬੰਦਾ, ਬਹੁਤ ਛੋਟੀ ਗੱਲ ਕਰ ਦਿੰਦਾ, ਕਈ ਵਾਰ ਬਹੁਤ ਛੋਟੀ ਗੱਲ ਕਰ ਦਿੰਦਾ ਗੱਲ ਕਰਦਾ ਕਰਦਾ, ਕਦੇ ਬਹੁਤ ਵੱਡੀਆਂ ਗੱਲਾਂ ਕਰਦਾ। ਇਹ ਸਾਰੀਆਂ ਚੀਜ਼ਾਂ ਮਨ ਦੇ ਵਿੱਚ ਜੁੜੀਆਂ ਪਈਆਂ ਨੇ, ਤਾਂ ਇਹਨਾਂ ਨੂੰ ਸਮਝਣਾ ਪਵੇਗਾ। ਤਾਂ ਜਿਹੜੇ ਭਗਤ ਹੁੰਦੇ ਆ, ਉਹਨਾਂ ਕੋਲੋਂ ਮਨ ਹੁੰਦਾ ਹੀ ਨਹੀਂ ਜਿਹੜਾ ਵੱਡਾ ਛੋਟਾ ਹੁੰਦਾ। ਸਾਡਾ ਮਨ ਕਦੇ ਵੱਡਾ ਹੋ ਜਾਂਦਾ, ਅਸੀਂ ਪਿਆਰ ਜਤਾ ਦਿੰਦੇ ਹਾਂ ਸਾਹਮਣੇ ਵਾਲੇ ਨੂੰ। ਕਈ ਵਾਰੀ ਗਰੀਬ ਬੰਦਾ ਘਰੇ ਆ ਗਿਆ, ਇੱਦਾਂ ਵੱਧ ਸਮਝੋਗੇ ਇਹਨੇ, ਉਹਨੂੰ ਰੋਟੀ ਦੇ ਦਿੰਦੇ ਹਾਂ, ਉਦੋਂ ਮਨ ਵੱਡਾ ਹੁੰਦਾ, ਦਿਲ ਵੱਡਾ ਹੋਇਆ ਹੁੰਦਾ। ਕਈ ਵਾਰੀ ਉਹਨੂੰ ਕਹਿੰਦੇ ਤੂੰ ਚਲਾ ਜਾ, ਤੂੰ ਕਮਾ ਕੇ ਖਾਇਆ ਕਰ, ਤੈਨੂੰ ਰੱਬ ਨੇ ਹੱਥ ਪੈਰ ਦਿੱਤੇ ਆ। ਕਈ ਵਾਰੀ ਉਹਨੂੰ ਕੁਝ ਵੀ ਨਹੀਂ ਦਿੰਦੇ, ਉਹਨੂੰ ਮੋੜ ਦਿੰਦੇ ਆ, ਉਦੋਂ ਮਨ ਛੋਟਾ ਹੋਇਆ ਹੁੰਦਾ। ਕਈ ਵਾਰ ਘਰ ਵਿੱਚ ਬੈਠੇ ਹੁੰਦੇ ਆ, ਕਿਸੇ ਨੂੰ ਸਹੀ ਬੋਲਦੇ ਆ, ਸਲੀਕੇ ਨਾਲ ਬੋਲਦੇ ਆ, ਮਨ ਵੱਡਾ ਹੁੰਦਾ, ਉਹਨੂੰ ਬਹੁਤ ਵੱਡਾ, ਵਧੀਆ ਤਰੀਕੇ ਨਾਲ ਉਹਨੂੰ ਡੀਲ ਕਰਦੇ ਆ। ਕਈ ਵਾਰ ਇੰਨੀ ਜ਼ਿਆਦਾ ਉਹਦਾ ਅਪਮਾਨ ਕਰਦੇ ਆ, ਉਦੋਂ ਮਨ ਛੋਟਾ ਹੁੰਦਾ। ਭਗਤਾਂ ਦੇ ਕੋਲੇ ਚੀਜ਼ ਨਹੀਂ ਹੈਗੀ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਗੁਰੂ ਸਾਹਿਬ ਦੇ ਸਿੱਖਾਂ ਦੇ ਅੰਦਰ ਇਹ ਚੀਜ਼ ਨਹੀਂ ਹੁੰਦੀ। ਉਹਨਾਂ ਦਾ ਮਨ ਇੱਕ ਸਾਰ ਆ, ਵੱਡਾ ਛੋਟਾ ਨਹੀਂ ਹੁੰਦਾ। ਅਸੀਂ ਹੀ ਵੱਡੇ ਛੋਟੇ ਨਹੀਂ ਹੁੰਦੇ, ਸਾਡਾ ਮਨ ਵੱਡਾ ਛੋਟਾ ਹੁੰਦਾ ਕੇਵਲ, ਜਿਹਦੇ ਕਰਕੇ ਸਾਡੀਆਂ ਗੱਲਾਂ ਕਦੇ ਵੱਡੀਆਂ, ਕਦੇ ਛੋਟੀਆਂ, ਕਦੇ ਬੜੀਆਂ ਨੀਚ, ਕਦੇ ਬੜੀਆਂ ਉੱਚੀਆਂ। ਕੁਝ ਲੋਕਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ ਨੇ, ਕੁਝ ਲੋਕ ਖੁਦ ਵੀ ਚੰਗੇ ਹੁੰਦੇ ਆ। ਤਾਂ ਤੁਸੀਂ ਉਹ ਬਣਿਓ ਜਿਨ੍ਹਾਂ ਦੀਆਂ ਗੱਲਾਂ ਵੀ ਚੰਗੀਆਂ ਨੇ, ਜਿਹੜੇ ਖੁਦ ਵੀ ਚੰਗੇ ਨੇ। ਫਰੀਦਾ ਗੱਲੀ ਸੋ ਸੱਜਣ ਵੀ, ਗੱਲੀ ਸੋ ਸੱਜਣ ਵੀ, ਇੱਕ ਟੁਡੇਂਦੀ ਨਾ ਲਹਾਂ,
ਧੁੱਖਾਂ ਜੋ ਮਾਲੀ ਕਾਰਨ ਤਿੰਨਾ ਮਾਂ ਪਿਰੀ। ਘੱਗਾ ਆਖਦਾ ਘੱਲਿਆ ਰੱਬ ਤੈਨੂੰ, ਰੱਖ ਬੰਦਗੀ ਨਾਲ ਪਿਆਰ ਬੰਦੇ। ਤੈਨੂੰ ਹੁਕਮ ਅਕਾਲ ਨੇ ਘੱਲਿਆ ਏ ਨੀਵਾਂ ਹੋ ਕੇ ਵਕਤ ਗੁਜ਼ਾਰ ਬੰਦੇ। ਬਿਰਤੀ ਕਾਇਮ ਕਰ ਸ਼ਬਦ ਦੀ ਧਾਰਨਾ ਮੇ ਟੁੱਟੀ ਜੋੜ ਲੈ ਪ੍ਰੇਮ ਦੀ ਤਾਰ ਬੰਦੇ। ਇੱਕੋ ਨੂਰ ਹੈ ਸਭ ਦੇ ਵਿੱਚ ਭਰਿਆ, ਇੱਕੋ ਰੂਪ ਮਿੱਤਰ ਤੇ ਯਾਰ ਬੰਦੇ। ਚੀਚੀ ਹੱਥ ਦੀ ਵਾਂਗ ਤੂੰ ਹੋਈ ਛੋਟਾ, ਚੀਚੀ ਹੱਥ ਦੀ ਵਾਂਗ ਤੂੰ ਹੋਈ ਛੋਟਾ। ਮੁੰਦਰੀ ਪਾਉਣ ਦਾ ਮਾਣ ਚਿਤਾਰ ਬੰਦੇ। ਮੱਖੀ ਬਹੁਤ ਛੋਟੀ ਪੂਰੇ ਗੁਣਾਂ ਵਾਲੀ, ਜਿਹਦਾ ਸ਼ਹਿਦ ਖਾਂਦੇ ਸ਼ਾਹੂਕਾਰ ਬੰਦੇ। ਨਾਮ ਦੇ ਦੇਵ ਨਿਮਾਣੇ ਨੂੰ ਮਾਣ ਮਿਲਿਆ, ਦਿਉਰਾ ਫੇਰੇ ਆਪ ਕਰਤਾਰ ਬੰਦੇ। ਰੁੜ ਕੇ ਟਿੱਬਿਆਂ ਦਾ ਪਾਣੀ ਵੀ ਚਲਾ ਆਵੇ, ਨੀਵੇਂ ਛੱਪੜਾਂ ਦੇ ਵਿਚਕਾਰ ਬੰਦੇ। ਨੀਵੇਂ ਵਿੱਚ ਗੁਣ ਕੁਦਰਤੀ ਆਪ ਆਉਂਦੇ, ਨੀਵਾਂ ਹੋਣ ਤੇ ਕਰੀ ਵਿਚਾਰ ਬੰਦੇ। ਮਿੱਠ ਤੇ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਸ ਕਰਕੇ ਗੁਰੂ ਪਿਆਰਿਓ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦਾ ਗੁਣ ਹੀ ਬਸ ਇਹ ਆ ਵੀ ਉਹ ਨੀਵੇਂ ਆ। ਇਤਨੇ ਨੀਵੇਂ ਨੇ ਕਿ ਜਿਵੇਂ ਕਿ ਨੀਵੇਂ ਜਿਹੜੇ ਹੁੰਦੇ ਆ ਟੋਏ ਟਿੱਬੇ, ਟਿੱਬਾ ਬਹੁਤ ਉੱਚਾ, ਟੋਆ ਬਹੁਤ ਨੀਵਾਂ। ਪਾਣੀ ਕਿੱਥੇ ਜਾ ਕੇ ਖੜਦਾ, ਕਿਹੜੀ ਚੀਜ਼ ਭਰਦੀ ਆ? ਟੋਆ ਛੇਤੀ ਭਰੇਗਾ ਪਾਣੀ ਨਾਲ, ਟਿੱਬਾ ਜਿਹੜਾ ਖਾਲੀ ਰਹਿ ਜਾਏਗਾ। ਜਿਹੜੇ ਬਹੁਤ ਉੱਚੇ ਬੰਦੇ ਹੁੰਦੇ ਆ, ਜਿਹੜੇ ਆਪਦੇ ਆਪ ਨੂੰ ਉੱਚਾ ਮੰਨਦੇ ਆ ਪਰ ਉਹ ਹੁੰਦੇ ਨਹੀਂ ਹੈਗੇ। ਆਪਸ ਕੋ ਜੋ ਜਾਣੇ ਉੱਚਾ, ਸੋ ਗਣੀਏ ਸਭ ਤੇ ਨੀਚਾ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨ ਆਵੇ। ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਨੀਵੇਂ ਬੰਦੇ ਅਸਲ 'ਚ ਉੱਚੇ ਆ, ਉੱਚੇ ਬੰਦੇ ਕਹਾਉਣ ਵਾਲੇ ਨੀਵੇਂ ਆ ਇੱਥੇ। ਤਾਂ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਆਪਸ ਦੇ ਨਾਲ। ਗੁਰੂ ਤੇਗ ਬਹਾਦਰ ਜੀ ਕਹਿੰਦੇ ਆ ਕਿ ਹਰਖ ਸੋਗ ਤੇ ਰਹਿ ਨਿਆਰੋ, ਨਾਹੀ ਮਾਨ ਅਪਮਾਨਾ। ਨਾ ਤਾਂ ਗੁਰਸਿੱਖ ਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਕਿਸੇ ਚੀਜ਼ ਦੇ ਮਿਲਣ ਦੀ, ਨਾ ਵਿਛੜਨ ਦਾ ਗਮ ਹੁੰਦਾ, ਤੇ ਨਾ ਹੀ ਮਾਨ ਅਪਮਾਨਾ। ਨਾ ਉਹਨੂੰ ਕੋਈ ਮਾਣ ਦੀ ਉਹਦੀ ਗੱਲ ਹੁੰਦੀ ਆ, ਨਾ ਉਹਨੂੰ ਅਪਮਾਨ ਦੀ ਕੋਈ ਇੱਦਾਂ ਕਹਿ ਸਕਦੇ ਆ ਉਹਦੇ ਮਨ 'ਚ ਉਹਨੂੰ ਦੁੱਖ ਲੱਗਦਾ ਵੀ ਮੇਰੀ ਇੱਜ਼ਤ ਨੇ ਰੋਲਤੀ ਕਿਸੇ ਬੰਦੇ ਨੇ ਬੋਲ ਕੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਹੋਏ, ਰੋਜ਼ ਆਪਾਂ ਉਹਨਾਂ ਦੀ ਸਾਖੀ ਸਰਵਣ ਕਰਦੇ ਹਾਂ। ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਚਲੇ ਗਏ। ਬਾਬੇ ਨੇ ਉਸ ਵਕਤ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਮਰਦਾਨਿਆਂ ਭੁੱਖ ਲੱਗੀ ਆ। 3 ਦਿਨ ਲੰਘ ਗਏ ਸੀਗੇ। ਚੌਥੇ ਦਿਨ ਪੁੱਛਿਆ ਕਿ ਭੁੱਖ ਲੱਗੀ ਆ? ਉਹ ਕਹਿੰਦੇ ਹਾਂਜੀ ਮੈਨੂੰ ਭੁੱਖ ਲੱਗੀ ਹੈ, ਮੈਂ ਕੁਝ ਛਕਣਾ ਚਾਹੁੰਦਾ। ਤੇ ਕਹਿੰਦੇ ਇਸ ਬਸਤੀ ਵਿੱਚ ਚਲਿਆ ਜਾ, ਉੱਥੇ ਨੇੜੇ ਹੀ ਪਿੰਡ ਸੀਗਾ। ਆਪ ਗੁਰੂ ਬਾਬਾ ਨਾਨਕ ਜੀ ਬਾਹਰ ਬੈਠੇ ਨੇ। ਕਹਿੰਦੇ ਇਹ ਪਿੰਡ ਦੇ ਵਿੱਚ ਚਲਾ ਜਾ, ਇਹ ਪਿੰਡ ਦੇ ਲੋਕ ਤੈਨੂੰ ਰੋਟੀ ਖਵਾਉਣਗੇ, ਤੈਨੂੰ ਭੋਜਨ ਦੇਣਗੇ, ਤੇਰਾ ਮਾਣ ਸਨਮਾਨ ਕਰਨਗੇ, ਤੈਨੂੰ ਪੂਰੇ ਆਦਰ ਦੇ ਨਾਲ ਰੱਖਣਗੇ। ਕਹਿਣ ਲੱਗੇ ਬਾਬਾ ਇੱਥੇ ਮੈਨੂੰ ਕੋਈ ਜਾਣਦਾ ਨਹੀਂ, ਬਿਨਾਂ ਮੰਗਿਆਂ ਕੁਝ ਵੀ ਨਹੀਂ ਮਿਲਦਾ ਕਦੇ। ਗੁਰੂ ਨਾਨਕ ਸਾਹਿਬ ਜੀ ਨੇ ਆਖ ਦਿੱਤਾ ਤੂੰ ਮੰਗੀ ਕੁਝ ਨਾ, ਜਾ ਕੇ ਦਰਵਾਜ਼ੇ ਤੇ ਖੜ ਜੀ, ਬਸ ਆਪਣੀ ਰਬਾਬ ਮੋਢਿਆਂ ਤੇ ਟੰਗ ਕੇ, ਬਸ ਕੱਲੀ ਰਬਾਬ ਦੀ ਧੁਨ ਵਜਾਵੀਂ, ਬੋਲੀ ਕੁਝ ਨਾ, ਤੇਰੀ ਸੇਵਾ ਆਪੇ ਹੋਊਗੀ। ਇੰਨਾ ਜ਼ਿਆਦਾ ਵਿਸ਼ਵਾਸ ਸੀਗਾ। ਤੇ ਬਾਬੇ ਦੀ ਗੱਲ ਫਿਰ ਮੰਨੀ ਭਾਈ ਮਰਦਾਨਾ ਜੀ ਨੇ, ਚਲੇ ਗਏ। ਆਮ ਮੰਗਤੇ ਕੀ ਹੁੰਦੇ ਆ, ਦਰਵਾਜ਼ਾ ਖੜਕਾਉਂਦੇ ਆ ਤੇ ਉਸ ਤੋਂ ਬਾਅਦ ਮੰਗਦੇ ਆ ਵੀ ਰੋਟੀ ਦੇ ਦਿਓ। ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਜਨਮ ਸਾਖੀ 'ਚ ਲਿਖਿਆ, ਇਹ ਨਹੀਂ ਕਿਹਾ ਵੀ ਤੂੰ ਮੰਗਣਾ ਜਾ ਕੇ ਵੀ ਮੈਨੂੰ ਰੋਟੀ ਦੇ ਦਿਓ, ਬਸ ਤੂੰ ਖੜ ਜਾਣਾ ਉੱਥੇ ਜਾ ਕੇ ਤੇ ਰਬਾਬ ਦੀ ਜਿਹੜੀ ਤਾਰ ਆ ਉਹਦੇ ਤੇ ਹੱਥ ਮਾਰਨਾ ਹੈ, ਭਾਵ ਨੂੰ ਵਜਾਉਣਾ ਬਸ ਇੱਕ ਵਾਰ। ਜਦੋਂ ਬਸਤੀ ਵਿੱਚ ਗਏ, ਭਾਈ ਸਾਹਿਬ ਜੀ ਨੇ ਰਬਾਬ ਵਜਾਈ ਆ, ਉੱਥੋਂ ਦੇ ਜਿਹੜੇ ਲੋਕ ਸੀਗੇ ਸਾਰੇ ਇਕੱਠੇ ਹੋ ਕੇ ਆ ਗਏ। ਉਹਨਾਂ ਨੇ ਬਹੁਤ ਪਿਆਰ ਨਾਲ ਬਿਠਾਇਆ ਤੇ ਭਾਈ ਮਰਦਾਨਾ ਜੀ ਦੀ ਖੂਬ ਸੇਵਾ ਕੀਤੀ। ਕੱਪੜੇ ਬਸਤਰ ਆਦਿ ਮਠਿਆਈਆਂ ਨਾਲ ਬੰਨ੍ਹਤੀਆਂ ਵੀ ਅੱਗੇ ਲੈ ਜਾਓ। ਤੇ ਉਹ ਕਹਿਣ ਲੱਗੇ ਚਲੋ ਮੈਂ ਆਪਦੇ ਮੁਰਸ਼ਦ ਨੂੰ ਦੇਵਾਂਗਾ, ਇਹ ਗੁਰੂ ਨਾਨਕ ਜੀ ਨੂੰ।
ਤੇ ਦੂਰੋਂ ਆ ਰਹੇ ਆ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਸਜੇ ਹੋਏ ਆ, ਨਵੇਂ ਨਵੇਂ ਉਹਨਾਂ ਕੱਪੜੇ ਪਾਏ ਹੋਏ ਆ, ਤੇ ਉਹ ਡੰਡੇ ਦੇ ਨਾਲ ਚੀਜ਼ਾਂ ਬੰਨੀਆਂ ਹੋਈਆਂ ਨੇ, ਤੇ ਇੱਕ ਮੋਢੇ ਤੇ ਰਵਾਬ ਟੰਗੀ ਹੋਈ ਆ। ਇਸ ਤਰ੍ਹਾਂ ਦਾ ਦ੍ਰਿਸ਼ ਆ। ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਦੂਰੋਂ ਵੇਖ ਰਹੇ ਆ ਕਿ ਉਹਨਾਂ ਦੇ ਸਾਥੀ ਆ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਉੱਥੇ ਹੀ ਬੈਠਾ ਸੀਗਾ। ਜਦੋਂ ਆਏ ਤੇ ਗੁਰੂ ਨਾਨਕ ਸਾਹਿਬ ਜੀ ਦੇਖ ਕੇ ਹੱਸ ਪਏ ਕਿ ਪਹਿਲਾਂ ਕਹਿੰਦੇ ਸੀ ਮੈਨੂੰ ਰੋਟੀ ਕਿਹਨੇ ਦੇਣੀ ਆ, ਤੇ ਹੁਣ ਇੰਨਾ ਕੁਝ ਬੰਨ੍ਹ ਕੇ ਵੀ ਦੇਤਾ। ਨਾਲ ਇੱਕ ਰੋਟੀ ਦੀ ਗੱਲ ਕਰਦੇ ਸੀ, ਕਿੰਨਾ ਕੁਝ ਨਾਲ ਦਿੱਤਾ ਬੰਨ੍ਹ ਕੇ। ਉਹ ਕਹਿਣ ਲੱਗੇ ਬਾਬਾ ਇਹ ਤੇਰਾ ਹੀ ਆ। ਹੁਣ ਅੱਗੇ ਗੁਰੂ ਨਾਨਕ ਸਾਹਿਬ ਜੀ ਦੇ ਰੱਖ ਕੇ ਕਹਿਣ ਲੱਗੇ ਸਭ ਤੁਹਾਡਾ ਹੀ ਆ। ਜਿਹੜੀ ਇੱਥੇ ਗੱਲ ਜਿਹੜੀ ਹੁੰਦੀ ਆ, ਉਹ ਕਹਿੰਦੇ ਮਰਦਾਨੇ ਆਪਾਂ ਇਹ ਚੀਜ਼ਾਂ ਕੀ ਕਰਨੀਆਂ। ਉਹਨਾਂ ਨੇ ਕੁਝ ਪੈਸੇ ਬੰਨ੍ਹਤੇ, ਉਹਨਾਂ ਨੇ ਸਾਰੀਆਂ ਚੀਜ਼ਾਂ ਬੰਨ੍ਹਤੀਆਂ। ਕਹਿੰਦੇ ਇਹਨਾਂ ਨੂੰ ਤੂੰ ਹੁਣ ਸੁੱਟ ਦੇ। ਉਹਦੇ ਵਿੱਚ ਲਿਖਿਆ ਭਾਈ ਵੀਰ ਸਿੰਘ ਦੀ ਕਿਤਾਬ ਵਿੱਚ, ਬਾਬੇ ਨੇ ਆਖਿਆ ਇਹਨਾਂ ਨੂੰ ਤੇ ਸੁੱਟ ਘੱਤ, ਇਹ ਨਹੀਂ ਆਪਾਂ ਨੂੰ ਚਾਹੀਦੀ। ਇਹ ਸ਼ਬਦ ਉੱਥੇ ਲਿਖਿਆ ਜਨਮ ਸਾਖੀ 'ਚ ਕਿ ਇਹਨਾਂ ਨੂੰ ਸੁੱਟ ਘੱਤ ਮਰਦਾਨਿਆਂ, ਇਹ ਆਪਾਂ ਕੀ ਕਰਨੀਆਂ ਚੀਜ਼ਾਂ, ਇਹਨਾਂ ਦੀ ਨਹੀਂ ਆਪਾਂ ਨੂੰ ਲੋੜ। ਉਹ ਕਹਿਣ ਲੱਗੇ ਬਾਬਾ ਮੈਂ ਤੇਰੇ ਵਾਸਤੇ ਲੈ ਕੇ ਆਇਆ, ਇਹ ਤੁਹਾਡੇ ਵਾਸਤੇ। ਉਹ ਕਹਿੰਦੇ ਨਹੀਂ ਨਹੀਂ ਇਹਨਾਂ ਨੂੰ ਸੁੱਟ ਆ। ਹੁਣ ਜਿਹੜੀ ਇਹ ਚੀਜ਼ ਸੋਭਾ ਮਿਲੀ ਆ ਭਾਈ ਮਰਦਾਨਾ ਜੀ ਨੂੰ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਉਹ ਪੋਟਲੀ ਬੰਨੀ ਹੋਈ ਸੁਟਾਉਂਦੇ ਆ। ਉਹਦੇ ਪਿੱਛੇ ਕੀ ਰਾਜ ਆ, ਕੀ ਰਮਜ ਆ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਲੋਕਾਂ ਵੱਲੋਂ ਮਿਲੀ ਹੋਈ ਇੱਜ਼ਤ ਜਿਹੜੀ ਹੁੰਦੀ ਆ, ਇੱਜ਼ਤ ਅਪਮਾਨ ਦੇ ਬਰਾਬਰ ਹੀ ਹੁੰਦੀ ਹੈ, ਲਾਈਕ ਡਿਸਲਾਈਕ ਬਰਾਬਰ ਹੁੰਦਾ ਹੈ। ਤਾਂ ਤੁਸੀਂ ਆਪਦੇ ਮੋਢੇ ਤੇ ਦੋ ਕੱਪੜੇ ਰੱਖੋ। ਜਿਵੇਂ ਲੱਲਾ ਆਖਦੀ ਆ ਕਸ਼ਮੀਰ ਵਿੱਚ ਰਹਿਣ ਵਾਲੀ ਉਹ ਸੰਤ ਔਰਤ, ਜਦੋਂ ਲੋਕ ਤੁਹਾਡੀ ਉਸਤਤ ਕਰਨ, ਸੱਜੇ ਪਾਸੇ ਜਿਹੜਾ ਕੱਪੜਾ ਰੱਖਿਆ ਉਹਨੂੰ ਗੰਢ ਮਾਰ ਲਓ, ਉਹ ਕਹਿੰਦੀ ਆ। ਖੱਬੇ ਪਾਸੇ ਜਿਹੜਾ ਰੱਖਿਆ ਜਦੋਂ ਨਿੰਦਿਆ ਕਰਨ, ਉਹਦੀ ਗੰਢ ਮਾਰ ਲਓ। ਇੱਦਾਂ ਗੰਢਾਂ ਮਾਰਦੇ ਜਾਓ, ਫਿਰ ਦੋਨਾਂ ਕੱਪੜਿਆਂ ਨੂੰ ਲੈ ਲਓ, ਦੋਨਾਂ ਦਾ ਵਜ਼ਨ ਕਰੋ ਬਰਾਬਰ ਹੀ ਹੈ। ਉਸਤਤ ਨਿੰਦਿਆ ਇੱਕੋ ਹੀ ਚੀਜ਼ ਹੁੰਦੀ ਆ। ਮਾਣ ਸਨਮਾਨ ਅਪਮਾਨ ਇੱਕੋ ਹੀ ਗੱਲਾਂ ਨੇ। ਜਿਹੜਾ ਇਹ ਭੇਦ ਪਾ ਲੈਂਦਾ ਉਹ ਛੱਡ ਦਿੰਦਾ ਇਹਨਾਂ ਚੀਜ਼ਾਂ ਨੂੰ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤੇ ਆਗੇ, ਜਗ ਤੇ ਰਹਿ ਨਿਰਾਸਾ। ਆਸਾ ਵੀ ਛੱਡਤੀ, ਮਨਸਾ ਕਹਿੰਦੇ ਆ ਮਨੋਕਾਮਨਾ ਨੂੰ, ਮੇਰਾ ਆਹ ਸੁਪਨਾ ਪੂਰਾ ਹੋ ਜੇ, ਆਹ ਸੁਪਨਾ ਪੂਰਾ ਹੋ ਜੇ। ਇੱਕ ਫਕੀਰ ਨੇ ਧਾਰਮਿਕ ਲੋਕਾਂ ਦੇ ਬਾਰੇ ਕੁਝ ਲਿਖਿਆ ਹੈ, ਬਹੁਤ ਸੋਹਣੀ ਗੱਲ ਮੈਨੂੰ ਉਹਦੀ ਲੱਗੀ। ਇੱਕ ਸੰਤ ਹੋਏ ਆ, ਕਹਿਣ ਲੱਗੇ ਜਿਹੜੇ ਲੋਕ ਆ ਉਹ ਆਪਣੇ ਇਸ਼ਟ ਦੇ ਨਾਲ ਸਿਰਫ ਇਸੇ ਕਰਕੇ ਹੀ ਜੁੜਦੇ ਆ ਵੀ ਉਹਨਾਂ ਦੀ ਸਿਹਤ ਠੀਕ ਰਵੇ, ਉਹਨਾਂ ਦੀ ਆਰਥਿਕ ਹਾਲਤ ਚੰਗੀ ਹੋ ਜੇ, ਤੇ ਉਹਨਾਂ ਨੂੰ ਉਹ ਮਿਲ ਜੇ ਜੋ ਚਾਹੁੰਦੇ ਆ, ਉਹਨਾਂ ਦੇ ਸੁਪਨੇ ਪੂਰੇ ਹੋਣ, ਜਿਹੜੇ ਆਮ ਨੋਰਮਲ ਜੀਆਂ ਗੱਲਾਂ ਨੇ। ਕਹਿੰਦੇ ਅਸਲ ਵਿੱਚ ਉਹ ਆਪਦੇ ਗੁਰੂ ਤੋਂ ਉਹ ਨਹੀਂ ਪਾਉਣਾ ਚਾਹੁੰਦੇ ਹੈਗੇ ਜੋ ਅਸਲ ਗੱਲ ਆ। ਉਹ ਸਿਰਫ ਆਪਦੀ ਆਰਥਿਕ ਹਾਲਤ ਸੁਧਾਰਨ ਨੂੰ, ਜਾਂ ਉਹਨਾਂ ਦੀ ਸਿਹਤ ਠੀਕ ਰਵੇ, ਕੋਈ ਪਰੇਸ਼ਾਨੀ ਨਾ ਹੋਵੇ, ਸੁੱਖਾਂ ਨਾਲ ਸਨੇਹ ਆ ਉਹਨਾਂ ਦਾ, ਇਸ ਕਰਕੇ ਉਹ ਗੁਰੂ ਨਾਲ ਜੁੜੇ ਹੋਏ ਆ। ਪਰ ਜਿਹੜੀ ਸ਼ਬਦ ਤੇ ਸੁਰਤ ਦਾ ਮੇਲ ਆ, ਉਹਦੇ ਕਰਕੇ ਨਹੀਂ ਉਹ ਜੁੜ ਰਹੇ ਹੈਗੇ। ਇਹ ਕਹਿੰਦੇ ਗਿਲਾਨੀ ਆ ਇੱਕ, ਇਹ ਬਦਬਖਤੀ ਆ। ਤਾਂ ਇੱਥੇ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਆ, ਆਸਾ ਮਨਸਾ ਸਗਲ ਤੇ ਆਗੇ। ਗੁਰਸਿੱਖ ਆਸਾ ਹੀ ਨਹੀਂ ਲਾਉਂਦਾ, ਗੁਰਸਿੱਖ ਆਸਾ ਹੀ ਨਹੀਂ ਰੱਖਦੇ। ਮਨਸਾ ਤਾਂ ਕਿੱਥੋਂ ਆਉਣੀ ਆ, ਆਸਾ ਹੀ ਹੈ ਨਹੀਂ ਉਹਨਾਂ ਦੀ। ਪਹਿਲਾਂ ਬੰਦਾ ਸੁਪਨੇ ਸਜਾਊਗਾ ਫਿਰ ਆਸ ਲਾਊਗਾ, ਉਹ ਸੁਪਨੇ ਹੀ ਨਹੀਂ ਸਜਾਉਂਦੇ, ਉਹਨਾਂ ਦੀ ਆਸ ਕੀ ਹੋਣੀ ਆ। ਜਗ ਤੇ ਰਹਿ ਨਿਰਾਸਾ, ਰਹਿੰਦੇ ਦੁਨੀਆ ਵਿੱਚ ਆ ਪਰ ਰਹਿੰਦੇ ਨਹੀਂ। ਕਾਮ ਕ੍ਰੋਧ ਜੇ ਪਰਸੈ ਨਾਹਨ, ਨਾ ਉਹਨਾਂ ਅੰਦਰ ਕਾਮ ਆ, ਨਾ ਉਹਨਾਂ ਅੰਦਰ ਗੁੱਸਾ ਵਾ, ਨਾ ਉਹਨਾਂ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ, ਤੇ ਇਹ ਘਟ ਬ੍ਰਹਮ ਨਿਵਾਸਾ। ਬਸ ਉਹ ਬ੍ਰਹਮ ਦੇ ਵਿੱਚ ਲੀਨ ਆ। ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਇਹਨਾਂ ਨੇ ਜੁਗਤ ਕਿਵੇਂ ਪਛਾਣ ਲਈ ਕਿ ਲਾਈਕ ਡਿਸਲਾਈਕ ਹੀ ਹੁੰਦਾ। ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਅਪਮਾਨ, ਇੱਜ਼ਤ ਤੇ ਮਾਣ ਇੱਕੋ ਹੀ ਚੀਜ਼ ਆ। ਮਾਣ ਵੀ ਇੱਕੋ ਗੱਲ ਆ, ਅਪਮਾਨ ਵੀ ਇੱਕੋ ਗੱਲ ਆ, ਉਸਤਤ ਵੀ ਇੱਕੋ ਗੱਲ ਆ। ਕੋਈ ਕਰ ਰਿਹਾ ਤੁਹਾਡੀ ਅੱਜ ਉਸਤਤ ਕਰ ਰਿਹਾ, ਕੱਲ੍ਹ ਨੂੰ ਉਹਨੇ ਨਿੰਦਿਆ ਕਰਨੀ ਆ। ਇੱਕੋ ਹੀ ਚੀਜ਼ ਆ, ਕੋਈ ਫਰਕ ਨਹੀਂ। ਜਿਨ੍ਹਾਂ ਤੇ ਗੁਰ ਕਿਰਪਾ ਜੇ ਨਰ ਕੋ ਕੀਨੀ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਉਹ ਇਹ ਗੱਲਾਂ ਸਮਝਣਗੇ।
ਦੂਜੇ ਬੰਦੇ ਨੂੰ ਤੁਸੀਂ 100 ਕਿਤਾਬਾਂ ਸੁਣਾ ਦਿਓ, ਉਹ ਸਮਝ ਨਹੀਂ ਸਕਦਾ ਜਦੋਂ ਤੱਕ ਉਹਦੇ ਤੇ ਮਾਲਕ ਦੀ ਕਿਰਪਾ ਨਹੀਂ ਹੋਈ। ਮਾਲਕ ਦੀ ਕਿਰਪਾ ਹੋ ਗਈ, ਉਹਨੇ 1 ਸਕਿੰਟ 'ਚ ਸਮਝ ਜਾਣਾ। ਜਿਸ ਬੰਦੇ ਨੂੰ ਰੱਬ ਨੇ ਮੂਰਖ ਬਣਾਇਆ ਹੋਵੇ ਉਹਨੂੰ ਤੁਸੀਂ ਸਿਆਣਾ ਨਹੀਂ ਬਣਾ ਸਕਦੇ। ਜਿਸ ਬੰਦੇ ਨੂੰ ਰੱਬ ਨੇ ਵਿਦਵਾਨ ਬਣਾਤਾ ਉਹਨੂੰ ਕੋਈ ਮੂੜ ਨਹੀਂ ਕਰ ਸਕਦਾ। ਜਿਹਨੂੰ ਮਾਲਕ ਨੇ ਜਿੱਤ ਦੇਣੀ ਆ, ਫਤਿਹ ਦੇਣੀ ਆ, ਉਹਨੂੰ ਕੋਈ ਹਰਾ ਨਹੀਂ ਸਕਦਾ। ਜਿਹਨੂੰ ਮਾਲਕ ਨੇ ਹਰਾਉਣਾ ਹੈ ਜੰਗ ਦੇ ਮੈਦਾਨ ਵਿੱਚ, ਉਹਨੂੰ ਕੋਈ ਜਿਤਾ ਨਹੀਂ ਸਕਦਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਹ ਜਿਹੜੀ ਅਵਸਥਾ ਪਾਣੀ 'ਚ ਪਾਣੀ ਇੱਕੋ ਮਿੱਕੇ ਹੋਣਾ, ਇਹਨੂੰ ਆਪਾਂ ਕਹਿੰਦੇ ਇੱਕੋ ਮਿੱਕੇ ਆ। ਹੁਣ ਕੋਈ ਫਰਕ ਨਹੀਂ, ਪਾਣੀ 'ਚ ਪਾਣੀ ਪਾਤਾ, ਕੋਈ ਵੀ ਡਿਫਰੈਂਸ ਨਹੀਂ ਰਿਹਾ। ਅੱਧਾ ਗਲਾਸ ਪਾਣੀ ਦਾ ਸੀਗਾ, ਉਹਦੇ ਵਿੱਚ ਨਵਾਂ ਪਾਣੀ ਪਾਤਾ। ਹੁਣ ਪਹਿਲਾ ਪਾਣੀ, ਨਵਾਂ ਪਾਣੀ, ਪੁਰਾਣਾ ਪਾਣੀ ਕਿਹੜਾ ਵਾ, ਕੋਈ ਪਛਾਣ ਨਹੀਂ ਆ ਸਕਦੀ। ਗੁਰਸਿੱਖ ਇੱਦਾਂ ਹੋ ਜਾਂਦੇ ਆ। ਮੈਂ ਪਹਿਲਾਂ ਕਹਿਤਾ ਕਿ ਆਪਣਾ ਜਿਹੜਾ ਮਨ ਆ ਇਹ ਵੱਡਾ ਛੋਟਾ ਹੁੰਦਾ ਰਹਿੰਦਾ। ਕਦੇ ਅਸੀਂ ਬਹੁਤ ਵੱਡੀਆਂ ਗੱਲਾਂ ਕਰ ਜਾਂਦੇ ਹਾਂ, ਬਹੁਤ ਵਧੀਆ ਗੱਲਾਂ ਕਰਦੇ ਹਾਂ। ਕਦੇ ਮਨ ਛੋਟਾ ਹੁੰਦਾ ਜਦੋਂ, ਉਦੋਂ ਬਹੁਤ ਛੋਟੀਆਂ ਗੱਲਾਂ ਕਰ ਜਾਂਦੇ। ਉਹੀ ਬੰਦਾ ਹੁੰਦਾ ਬਹੁਤ ਚੰਗੀਆਂ ਗੱਲਾਂ ਕਰੂਗਾ ਤੁਹਾਡੇ ਨਾਲ, ਉਹੀ ਬੰਦਾ ਹੋਊਗਾ ਬਹੁਤ ਨੀਚ ਗੱਲਾਂ ਕਰ ਜੂਗਾ। ਕਿਉਂ ਇਹ ਸਭ ਕੁਝ ਹੁੰਦਾ? ਮਨ ਵੱਡਾ ਛੋਟਾ ਹੁੰਦਾ। ਖਿਨ ਤੋਲਾ ਖਿਨ ਮਾਸਾ, ਕਦੇ ਮਨ ਤੋਲਾ ਵਾ, ਕਦੇ ਉਹਦਾ 12ਵਾਂ ਹਿੱਸਾ ਵੀ ਨਹੀਂ ਹੈਗਾ। ਕਦੇ ਬਹੁਤ ਚੰਗੀ ਗੱਲ ਕਰ ਜਾਂਗੇ, ਕਦੇ ਬਹੁਤ ਛੋਟੀ ਗੱਲ ਕਰ ਜਾਂਗੇ। ਗੁਰਸਿੱਖ ਨਹੀਂ ਇਹ ਕਰਦੇ, ਉਹਨਾਂ ਕੋਲ ਮਨ ਹੀ ਹੈ ਨਹੀਂ। ਉਹ ਮਨ ਮਰੇ ਧਾਤ ਮਰ ਜਾਏ। ਜਿਹੜੀ ਚੀਜ਼ ਵੱਡੀ ਛੋਟੀ ਹੋ ਰਹੀ ਆ, ਜਿਹਦੇ ਕਰਕੇ ਕਦੇ ਵੱਡੀਆਂ ਗੱਲਾਂ ਕਰੀ ਜਾਂਦੇ ਬਹੁਤ, ਕਦੇ ਛੋਟੀਆਂ ਗੱਲਾਂ ਕਰੀ ਜਾਂਦੇ ਆ, ਉਹ ਹੁਣ ਰਹੀ ਨਹੀਂ ਉਹਦੇ ਕੋਲੇ। ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਉਹ ਹੁਣ ਖਤਮ ਹੋ ਗਈ ਸਾਰੀ ਖੇਡ। ਇਹ ਸਾਰੀਆਂ ਚੀਜ਼ਾਂ ਮਹਾਰਾਜ ਨੇ ਦੱਸੀਆਂ ਨੇ। ਗੁਰਸਿੱਖ ਦੀ ਪਰਿਭਾਸ਼ਾ ਹੀ ਦੱਸਦੀ ਕਿ ਔਸਤਤ ਤੇ ਨਿੰਦਾ ਇੱਕੋ ਹੀ ਚੀਜ਼ ਆ। ਔਸਤਤ ਨਿੰਦਾ ਦੋ ਤੇ ਅੱਗੇ। ਔਸਤਤ ਵੀ ਉਹੀ ਚੀਜ਼ ਆ, ਨਿੰਦਿਆ ਵੀ ਉਹੀ ਚੀਜ਼ ਆ। ਸੁੱਖ ਵੀ ਉਹੀ ਚੀਜ਼ ਆ, ਦੁੱਖ ਵੀ ਉਹੀ ਚੀਜ਼ ਆ। ਖੁਸ਼ੀ ਵੀ ਉਹੀ ਚੀਜ਼ ਆ, ਗਮ ਵੀ ਉਹੀ ਚੀਜ਼ ਆ। ਪਰ ਸਾਨੂੰ ਇਹਨਾਂ 'ਚ ਬਹੁਤ ਫਰਕ ਲੱਗ ਰਿਹਾ, ਭਗਤ ਨੂੰ ਨਹੀਂ ਲੱਗਦਾ। ਉਹ ਸੁੱਖ 'ਚ ਖੁਸ਼ ਨਹੀਂ ਹੁੰਦੇ, ਪੈਰ ਨਹੀਂ ਛੱਡਦੇ, ਦੁੱਖ 'ਚ ਡੋਲਦੇ ਨਹੀਂ। ਅਸੀਂ ਸੁੱਖ ਮਿਲ ਗਿਆ ਪੈਰ ਛੱਡ ਦਿੰਦੇ ਹਾਂ, ਗਮੀ ਆ ਗਈ ਰੱਬ ਨੂੰ ਲਾਂਭੇ ਦਿੰਦੇ ਹਾਂ। ਇਹ ਤਾਂ ਹੀ ਆ ਕਿ ਸਾਨੂੰ ਉਹਨਾਂ 'ਚ ਫਰਕ ਨਹੀਂ। ਅਸੀਂ ਕਹਿੰਦੇ ਵੀ ਇਹਨਾਂ 'ਚ ਫਰਕ ਆ, ਉਹਨਾਂ 'ਚ ਫਰਕ ਹੀ ਹੈ ਨਹੀਂ। ਉਹ ਇੱਕੋ ਹੀ ਸਿੱਕਾ ਵਾ, ਇੱਕੋ ਹੀ ਕੁਆਇਨ ਆ, ਉਹਦੇ ਦੋ ਪਾਸੇ ਆ। ਕਦੇ ਉਹ ਉੱਪਰ ਹੋਈ ਜਾਂਦਾ, ਕਦੇ ਉਹ ਉੱਪਰ ਹੋਈ ਜਾਂਦਾ। ਇਹਨੂੰ ਜ਼ਿੰਦਗੀ ਕਹਿੰਦੇ ਆ। ਤਾਂ ਇਸ ਕਰਕੇ ਬਹੁਤ ਜੀਵਨ ਜਿਹੜਾ ਹੈ ਉਹਨੂੰ ਸੋਹਣਾ ਬਣਾਉਣ ਲਈ ਤਾਂ ਆਪਾਂ ਨੂੰ ਇਹ ਸਾਰੇ ਕਾਰਜ ਜੋ ਗੁਰੂ ਜੀ ਦੱਸਦੇ ਆ, ਹੌਲੀ ਹੌਲੀ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਮੇਰੇ 'ਤੇ ਕਿਰਪਾ ਕਰ, ਕਿਰਪਾ ਕਰ। ਉਹ ਜਿਹੜੀ ਪਾਣੀ 'ਚ ਪਾਣੀ ਲੀਨ ਹੋਣ ਵਾਲੀ ਅਵਸਥਾ ਵਾ, ਜਿਹਨੂੰ ਸਿਰਫ ਗੁਰਬਾਣੀ ਨੇ ਹੀ ਬਿਆਨਿਆ ਵਾ, ਇਹਨਾਂ ਨੇ ਹੀ ਦੱਸਿਆ ਵਾ ਕਿ ਇੱਦਾਂ ਵੀ ਹੋ ਜਾਂਦਾ ਵਾ। ਗੁਰਸਿੱਖ ਹੀ ਗੁਰੂ ਹੋ ਜਾਂਦਾ। ਜਿਨ ਹਰ ਜਪਿਆ ਸੇ ਹਰ ਹੋਏ, ਬੰਦਾ ਹੀ ਰੱਬ ਵਰਗਾ ਹੋ ਜਾਂਦਾ। ਇਹ ਅਵਸਥਾ ਦਾ ਜਿਹੜਾ ਜ਼ਿਕਰ ਕਰਦੇ ਆ, ਉਹਦੀ ਪਹਿਲੀ ਪੌੜੀ ਨਿਮਰਤਾ ਵਾ। ਘੱਗਾ ਆਖਦਾ ਘੱਲਿਆ ਰੱਬ ਤੈਨੂੰ, ਰੱਖ ਬੰਦਗੀ ਨਾਲ ਪਿਆਰ ਬੰਦੇ। ਤੈਨੂੰ ਹੁਕਮ ਅਕਾਲ ਨੇ ਘੱਲਿਆ ਹੀ ਨੀਵਾਂ ਹੋ ਕੇ ਵਕਤ ਗੁਜ਼ਾਰ ਬੰਦੇ। ਬਿਰਤੀ ਕੈਮ ਕਰ ਸ਼ਬਦ ਦੀ ਧਾਰਨਾ ਮੇ, ਬਿਰਤੀ ਕੈਮ ਕਰ ਸ਼ਬਦ ਦੀ ਧਾਰਨਾ ਮੇ। ਟੁੱਟੀ ਜੋੜ ਲੈ ਪ੍ਰੇਮ ਦੀ ਤਾਰ ਬੰਦੇ। ਇੱਕੋ ਨੂਰ ਹੈ ਸਭ ਦੇ ਵਿੱਚ ਭਰਿਆ, ਇੱਕੋ ਰੂਪ ਸਭ ਮਿੱਤਰ ਤੇ ਯਾਰ ਬੰਦੇ। ਚੀਚੀ ਹੱਥ ਦੀ ਵਾਂਗ ਤੂੰ ਹੋਈ ਛੋਟਾ। ਚੀਚੀ ਜਿਹੜੀ ਹੁੰਦੀ ਸਭ ਤੋਂ ਛੋਟੀ ਹੁੰਦੀ ਹੈ। ਚੀਚੀ ਹੱਥ ਦੀ ਵਾਂਗ ਤੂੰ ਹੋਈ ਛੋਟਾ, ਮੁੰਦਰੀ ਪਾਉਣ ਦਾ ਮਾਣ ਚਿਤਾਰ ਬੰਦੇ। ਮੱਖੀ ਬਹੁਤ ਛੋਟੀ ਪੂਰੇ ਗੁਣਾ ਵਾਲੀ, ਜਿਹਦਾ ਸ਼ਹਿਦ ਖਾਂਦੇ ਸ਼ਾਹੂਕਾਰ ਬੰਦੇ। ਨਾਮਦੇਵ ਨਿਮਾਣੇ ਨੂੰ ਮਾਣ ਮਿਲਿਆ, ਦਿਉਰਾ ਫਿਰ ਆਪ ਕਰਤਾਰ ਬੰਦੇ। ਰੁੜ ਕੇ ਟਿੱਬਿਆਂ ਦਾ ਪਾਣੀ ਵੀ ਚਲਾ ਆਵੇ, ਨੀਵੇਂ ਛੱਪੜਾਂ ਦੇ ਵਿਚਕਾਰ ਬੰਦੇ। ਨੀਵੇਂ ਵਿੱਚ ਗੁਣ ਕੁਦਰਤੀ ਆਪ ਆਉਂਦੇ, ਨੀਵਾਂ ਹੋਣ ਤੇ ਕਰੀ ਵਿਚਾਰ ਬੰਦੇ। ਰਬਾਬੀ ਮਨ ਸਿਰ ਨੀਵਾਂ ਸਦਾ ਰੱਖੀ, ਰੱਬ ਨੀਵਿਆਂ ਦਾ ਮਦਦਗਾਰ ਬੰਦੇ। ਰੱਬ ਨੀਵਿਆਂ ਦਾ ਮਦਦਗਾਰ ਬੰਦੇ। ਅੱਜ ਦੇ ਦੀਵਾਨ ਜਿਤਨਾ ਹੀ ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਬਣ ਜਾਈਏ, ਆਪਦੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ,
ਜੋ ਛੋਟੇ ਹਨ ਉਹਨਾਂ ਨੂੰ ਪਿਆਰ ਕਰੀਏ। ਇਹੀ ਜ਼ਿੰਦਗੀ ਦਾ ਲਾਹਾ ਤੇ ਵੱਡੀ ਸਿੱਖਿਆ ਹੈ। ਤੇ ਸ਼ਬਦਾਂ ਦੀ ਕਮਾਈ ਕਰੀਏ ਜਿਹਦੇ ਨਾਲ ਬੰਦੇ ਦੀ ਸੁਰਤ ਘੜੀ ਜਾਂਦੀ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ 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 ਦੇਹੋ ਸੱਜਣੇ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ